ਮਾਝ ਮਹਿਲਾ ਪੰਜਵਾਂ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਮਾਝ ਦੇ ਮਹੀਨੇ ਦੇ ਅੰਦਰ ਕੱਤਕ ਦੇ ਮਹੀਨੇ ਦੇ ਜੋ ਉਪਦੇਸ਼ ਹੈ, 9ਵਾਂ ਸ਼ਬਦ ਹੈ ਕੱਤਕ ਦਾ ਮਾਝ ਰਾਗ ਦੇ ਅੰਦਰ। ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਅੱਜ ਕੱਤਕ ਦੇ ਮਹੀਨੇ ਦੇ ਅੰਦਰ ਗੱਲ ਕਰਮ ਦੀ ਕਰਦੇ ਨੇ। ਗੁਰਦੇਵ ਪਾਤਸ਼ਾਹ ਦੇ ਪਾਵਨ ਮੁਕੱਦਸ ਬਚਨ ਨੇ ਕਿ ਕੱਤਕ ਕਰਮ ਕਮਾਵਣੇ। ਕੱਤਕ ਦੇ ਮਹੀਨੇ ਦੇ ਵਿੱਚ ਗੁਰਦੇਵ ਆਖਦੇ ਨੇ ਕਿ ਜੀਵ ਜਿਸ ਤਰ੍ਹਾਂ ਦੇ ਕਰਮ ਕਮਾਉਂਦਾ ਹੈ, ਕੀਤੇ ਹੋਏ ਕਰਮਾਂ ਅਨੁਸਾਰ ਹੀ ਮਹਾਰਾਜ ਆਖਦੇ ਨੇ ਕਿ ਸੰਸਾਰ ਦੇ ਵਿੱਚ ਉਹਨੂੰ ਸੁੱਖ ਤੇ ਦੁੱਖ ਮਿਲਦੇ ਨੇ। ਇਹ ਸਾਡੀ ਕਰਮ ਰੂਪੀ ਧਰਤੀ ਹੈ ਤੇ ਕਰਮ ਰੂਪੀ ਧਰਤੀ ਉੱਪਰ ਮਹਾਰਾਜ ਆਖਦੇ ਨੇ ਕਿ ਜਿਸ ਤਰ੍ਹਾਂ ਦੇ ਤੂੰ ਕਰਮ ਕਮਾਏ ਨੇ ਨਾ, ਉਸ ਤਰ੍ਹਾਂ ਦਾ ਜੀਵ ਭੋਗਦਾ ਵੀ ਹੈ। ਸਤਿਗੁਰੂ ਪਾਤਸ਼ਾਹ ਆਖਦੇ ਨੇ ਕਿ ਦੋਸ਼ ਨਾ ਕਾਹੂ ਜੋਗ, ਆਪਣੇ ਕੀਤੇ ਹੋਏ ਕਰਮਾਂ ਕਰਕੇ ਜੇ ਜੀਵ ਤੈਨੂੰ ਦੁੱਖ ਮਿਲਿਆ ਹੈ ਤੇ ਉਹਦਾ ਦੋਸ਼ ਕਿਸੇ ਹੋਰ ਦੇ ਮੱਥੇ ਨਾ ਮੜ। ਮਹਾਰਾਜ ਆਖਦੇ ਨੇ ਕਿ ਕੱਤਕ ਕਰਮ ਕਮਾਵਣੇ, ਦੋਸ਼ ਨਾ ਕਾਹੂ ਜੋਗ, ਆਪਣੇ ਕੀਤੇ ਹੋਏ ਕਰਮਾਂ ਦੇ ਕਰਕੇ ਪਾਤਸ਼ਾਹ ਆਖਦੇ ਨੇ ਕਿ ਜੋ ਤੈਨੂੰ ਦੁੱਖ ਮਿਲਿਆ ਨਾ, ਉਹਦਾ ਦੋਸ਼ ਕਿਸੇ ਹੋਰ ਦੇ ਮੱਥੇ ਨਾ ਮੜ, ਕਿਉਂਕਿ ਰੱਬੀ ਬਾਣੀ ਦਾ ਇਹ ਫੈਸਲਾ ਹੈ। ਮਹਾਰਾਜ ਆਖਦੇ ਨੇ ਕਿ ਦੱਦੇ ਦੋਸ਼ ਨਾ ਦਿਓ ਕਿਸੈ, ਦੋਸ਼ ਕਰਮ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਜੋ ਮੈਂ ਕੀਤਾ ਹੈ ਉਹ ਮੈਂ ਪਾ ਲਿਆ ਹੈ, ਕਿਉਂਕਿ ਜੀਵ ਕਰਮਾਂ ਕਰਕੇ ਸੁਤੰਤਰ ਹੈ, ਆਜ਼ਾਦ ਹੈ। ਕਰਮ ਮਨੁੱਖ ਦੇ ਆਪਣੇ ਹੱਥ ਦੇ ਵਿੱਚ ਨੇ। ਤੇ 12 ਮਾਹ ਦੀ ਬਾਣੀ ਦੇ ਵਿੱਚ ਗੁਰਦੇਵ ਪਾਤਸ਼ਾਹ ਨੇ ਜੋ ਪਹਿਲਾ ਸ਼ਬਦ ਉਚਾਰਨ ਕੀਤਾ ਨਾ, ਜੋ ਅਰਦਾਸ ਦਾ ਸ਼ਬਦ ਹੈ, ਮਹਾਰਾਜ ਆਖਦੇ ਨੇ ਕਿ ਕਿਰਤ ਕਰਮ ਕੇ ਵਿਛੜੇ। ਆਪਣੇ ਕਰਮਾਂ ਕਰਕੇ ਦਾਤਾ ਤੇਰੇ ਤੋਂ ਵਿਛੜੇ ਹੋਏ ਆ ਤੇ ਅਰਦਾਸ ਕਰਦੇ ਨੇ ਕਿ ਕਿਰਪਾ ਮੇਲੋ ਨਾ, ਕਿ ਕਿਰਪਾ ਕਰਕੇ ਤੂੰ ਆਪ ਮੇਲ ਲੈ। ਸੋ ਗੁਰਦੇਵ ਪਾਤਸ਼ਾਹ ਆਖਦੇ ਨੇ ਕਿ ਜੀਵ ਆਪਣੇ ਕਰਮਾਂ ਕਰਕੇ ਵਿਛੜਿਆ ਹੋਇਆ ਪਰਮੇਸ਼ਰ ਤੋਂ। ਤੇ ਮਹਾਰਾਜ ਅੱਜ ਕਰਮਾਂ ਦੀ ਗੱਲ ਕਰਦੇ ਆ, ਆਖਦੇ ਨੇ ਕਿ ਕੱਤਕ ਕਰਮ ਕਮਾਵਣੇ, ਦੋਸ਼ ਨਾ ਕਾਹੂ ਜੋ, ਆਪਣੇ ਕੀਤੇ ਹੋਏ ਕਰਮਾਂ ਦਾ ਦੋਸ਼ ਕਿਸੇ ਹੋਰ ਦੇ ਮੱਥੇ ਨਾ ਮੜ। ਸਾਧ ਸੰਗਤ, ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਜਦੋਂ ਗੱਲ ਕਰਦੇ ਆ ਨਾ, ਗੁਰਦੇਵ ਪਾਤਸ਼ਾਹ ਦੇ ਜੀਵਨ ਦੇ ਅੰਦਰ ਇੱਕ ਪੰਕਤੀ ਨੇ ਬਦਲਾਵ ਕਰਕੇ ਰੱਖ ਦਿੱਤਾ। ਜਦੋਂ ਧੰਨ ਗੁਰੂ ਅੰਗਦ ਦੇਵ ਮਹਾਰਾਜ ਭਾਈ ਲਹਿਣਾ ਜੀ ਨੇ ਆਸਾ ਕੀ ਵਾਰ ਦੀ 21 ਨੰਬਰ ਪੌੜੀ ਦੇ ਇਹ ਬਚਨ ਪੜ੍ਹੇ ਸੁਣੇ ਨੇ ਕਿ ਜਿਤ ਸੇਵੀਐ ਸੁਖ ਪਾਈਐ। ਬੜੇ ਸੁਖੇਨ ਅਰਥ ਇਸ ਪੰਕਤੀ ਦੇ ਕਿ ਜਿਤ ਸੇਵੀਐ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ, ਜਿਤ ਕੀਤਾ ਪਾਈਐ ਆਪਣਾ ਸਾਕਾਲ ਬੁਰੀ ਕਿਉਂ ਕਾਲੀਏ। ਜੇ ਕੀਤਾ ਹੋਇਆ ਪਾਣਾ ਹੀ ਹੈ, ਫਿਰ ਮਹਾਰਾਜ ਆਖਦੇ ਕਿ ਘਾਲ ਬੁਰੀ ਕਿਉਂ ਘਾਲੀਏ, ਫਿਰ ਬੁਰੀ ਘਾਲ ਮੰਦਾ ਕਰਮ ਕਿਉਂ ਕੀਤਾ ਜਾਏ। ਜੇ ਚੰਗੇ ਔਰ ਮੰਦੇ ਕਰਮਾਂ ਦਾ ਹਿਸਾਬ ਕਿਤਾਬ ਹੋਣਾ ਹੀ ਹੈ, ਕੀਤੇ ਕਰਮਾਂ ਦਾ ਸਾਰ ਦੇਣਾ ਪੈਣਾ ਹੈ। ਤੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸ਼ਰਨ ਗਏ। 7 ਸਾਲ ਅਣਥਕ ਸੇਵਾ ਕਰਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਰੂਪ ਹੋ ਗਏ। ਤੇ ਫਿਰ ਬਾਣੀ ਨੇ ਇਹ ਕਹਿ ਦਿੱਤਾ ਕਿ ਜੋਤ 오ਹਾ ਜੁਗਤ ਸਾਏ ਸੈ ਕਾਇਆ ਫੇਰ ਪਲਟੀਐ, ਕਿ ਧੰਨ ਭਾਈ ਲਹਿਣਾ ਜੀ ਗੁਰੂ ਅੰਗਦ ਦੇਵ ਮਹਾਰਾਜ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਰੂਪ ਬਣ ਗਏ। ਗੁਰਦੇਵ ਮਹਾਰਾਜ ਨੇ ਰਹਿਮਤ ਕੀਤੀ। ਗੁਰਦੇਵ ਪਾਤਸ਼ਾਹ ਆਖਦੇ ਨੇ ਕਿ ਪਰਮਾਤਮਾ ਨੇ ਬੜਾ ਤਰਸ ਕੀਤਾ ਜੀਵਾਂ ਦੇ ਉੱਪਰ। ਰੱਬ ਨੇ ਰਾਤਾਂ ਬਣਾਈਆਂ, ਰੁੱਤਾਂ ਬਣਾਈਆਂ, ਥਿੱਤਾਂ ਬਣਾਈਆਂ, ਵਾਰ ਬਣਾਏ। ਜੋ ਜਪ ਬਾਣੀ ਅੰਦਰ ਅਸੀਂ ਪੜ੍ਹਦੇ ਹਾਂ ਕਿ ਰਾਤੀ, ਰੁੱਤੀ, ਥਿੱਤੀ, ਵਾਰ। ਥਿੱਤਾਂ ਦਾ ਸੰਬੰਧ ਚੰਦਰਮਾ ਦੇ ਨਾਲ ਹੈ ਤੇ ਵਾਰਾਂ ਦਾ ਸੰਬੰਧ ਜੋ ਦਿਹਾੜੇ ਨੇ 7 ਦਿਨ, ਉਹਨਾਂ ਦਾ ਸੰਬੰਧ ਸੂਰਜ ਦੇ ਨਾਲ ਹੈ। ਮਹਾਰਾਜ ਸੱਚੇ ਪਾਤਸ਼ਾਹ ਆਖਦੇ ਨੇ ਕਿ ਰਾਤੀ, ਰੁੱਤੀ, ਥਿੱਤੀ, ਵਾਰ, ਪਵਨ, ਪਾਣੀ, ਅਗਨੀ, ਪਾਤਾਲ। ਪਰਮਾਤਮਾ ਨੇ ਪੌਣ ਬਣਾਇਆ, ਅਗਨੀ ਬਣਾਈ, ਧਰਤ ਪਤਾਲ ਬਣਾਏ। ਤੇ
ਜਿਸ ਵਿੱਚ ਧਰਤੀ ਥਾਪ ਰਖੀ ਧਰਮਸਾਲ, ਤੇ ਸਾਰਾ ਕੁਝ ਬਣਾ ਕੇ ਮਾਲਕ ਨੇ ਇਹ ਧਰਤੀ ਜਿਹੜੀ ਹੈ ਧਰਮ ਕਮਾਉਣ ਲਈ ਇੱਕ ਥਾਂ ਬਣਾਇਆ, ਟਿਕਾਣਾ ਬਣਾਇਆ, ਜਿੱਥੇ ਜੀਵ ਨੇ ਆ ਕੇ ਧਰਮ ਨੂੰ ਕਮਾਉਣਾ ਹੈ। ਹੁਣ ਧਰਮ ਕੀ ਹੈ? ਧਰਮ ਹੈ ਜੀਵਨ ਜੀਣ ਦੀ ਜੁਗਤ। ਜੀਵਨ ਨੂੰ ਸੋਹਣਾ ਬਣਾਉਣ ਲਈ ਜੋ ਮਰਿਆਦਾ, ਜੋ ਕਾਨੂੰਨ ਬਣੇ ਨੇ, ਜੋ ਲਾਅ ਬਣਿਆ ਹੈ, ਉਹਨੂੰ ਧਰਮ ਕਿਹਾ ਗਿਆ ਹੈ। ਦੁਨੀਆ ਦੇ ਵਿੱਚ ਬੜੇ ਧਰਮ ਨੇ, ਔਰ ਸਤਿਗੁਰ ਮਹਾਰਾਜ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਧਰਮ ਦੀ ਵਿਆਖਿਆ ਕਰਦਿਆਂ ਰਹਿਮਤ ਕੀਤੀ। ਆਖਣ ਲੱਗੇ ਜੋਗ ਸ਼ਬਦੰ ਗਿਆਨ ਸ਼ਬਦੰ। ਬੜੀ ਸੰਖੇਪ ਜੀ ਅਰਜ਼ ਕਰ ਰਹੇ ਹਾਂ। ਜੋ ਚਾਰ ਵਰਨ ਸਨ, ਖੱਤਰੀ ਬ੍ਰਾਹਮਣ ਸ਼ੂਦਰ ਔਰ ਵੈਸ਼, ਗੁਰਦੇਵ ਪਾਤਸ਼ਾਹ ਨੇ ਕਿ ਜੋਗ ਸ਼ਬਦੰ ਗਿਆਨ ਸ਼ਬਦੰ, ਜੋਗੀਆਂ ਨੇ ਗਿਆਨ ਨੂੰ ਇਕੱਠਾ ਕਰਨਾ, ਗਿਆਨ ਪ੍ਰਾਪਤ ਕਰਨਾ ਹੀ ਧਰਮ ਸਮਝ ਲਿਆ। ਉਹਨਾਂ ਨੇ ਬੜਾ ਗਿਆਨ ਪ੍ਰਾਪਤ ਕੀਤਾ। ਮਹਾਰਾਜ ਆਖਦੇ ਨੇ ਕਿ ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣਾ। ਬ੍ਰਾਹਮਣਾਂ ਨੇ ਧਾਰਮਿਕ ਗ੍ਰੰਥਾਂ ਨੂੰ ਪੜ੍ਹਨਾ ਹੀ ਧਰਮ ਸਮਝ ਲਿਆ। ਗੁਰਦੇਵ ਅੱਗੇ ਆਖਦੇ ਨੇ ਕਿ ਖੱਤਰੀ ਸ਼ਬਦੰ ਸੂਰ ਸ਼ਬਦੰ, ਖੱਤਰੀ ਤੋਂ ਭਾਵ ਛਤਰੀ ਕਹਿ ਲਈਏ, ਉਹਨਾਂ ਨੇ ਰਣ ਦੇ ਅੰਦਰ ਜੂਝਣਾ ਹੀ ਆਪਣਾ ਧਰਮ ਸਮਝ ਲਿਆ, ਕਿਉਂਕਿ ਛਤਰੀਆਂ ਦਾ ਕਰਮ ਸੀ ਜੰਗ ਕਰਨੇ, ਯੁੱਧ ਕਰਨੇ। ਗੁਰਦੇਵ ਪਾਤਸ਼ਾਹ ਆਖਦੇ ਨੇ ਕਿ ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣਾ, ਖੱਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪਰਾਕਰਤ ਹੈ। ਤੇ ਸ਼ੂਦਰ ਦਾ ਕਰਮ ਸੀ ਇਹਨਾਂ ਤਿੰਨਾਂ ਦੀ ਸੇਵਾ ਕਰਨੀ। ਹੁਣ ਗੁਰਦੇਵ ਪਾਤਸ਼ਾਹ ਗੁਰਮਤ ਦਾ ਸਿਧਾਂਤ ਦ੍ਰਿੜ ਕਰਵਾਉਂਦੇ ਨੇ, ਆਖਦੇ ਨੇ ਸਰਬ ਸ਼ਬਦੰ ਏਕ ਸ਼ਬਦੰ। ਸਾਰੇ ਧਰਮਾਂ ਦਾ ਸ੍ਰੇਸ਼ਟ ਧਰਮ ਇਹੀ ਹੈ, ਜੇ ਕੋ ਜਾਣੈ ਭਿਓ। ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਭਿਓ, ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦਿਓ। ਕਿ ਪਰਮਾਤਮਾ ਦੀ ਭਗਤੀ, ਪਰਮਾਤਮਾ ਦਾ ਨਾਮ ਜਪਣਾ ਹੀ ਸਭ ਤੋਂ ਸ੍ਰੇਸ਼ਟ ਕਰਮ ਹੈ, ਜਿਸ ਨੂੰ ਸੁਖਮਨੀ ਸਾਹਿਬ ਦੀ ਬਾਣੀ ਅੰਦਰ ਮਹਾਰਾਜ ਨੇ ਰਹਿਮਤ ਕੀਤਾ। ਗੁਰਦੇਵ ਆਖਦੇ ਨੇ ਕਿ ਸਾਰਿਆਂ ਧਰਮਾਂ ਤੋਂ ਸ੍ਰੇਸ਼ਟ ਧਰਮ ਕੀ ਹੈ? ਮਹਾਰਾਜ ਆਖਦੇ ਨੇ ਕਿ ਸਰਬ ਧਰਮ ਮੇ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ। ਪਰਮਾਤਮਾ ਦਾ ਨਾਮ ਜਪ, ਨਿਰਮਲ ਕਰਮ ਕਰ, ਪਵਿੱਤਰ ਕਰਮ ਕਰ, ਪਾਕ ਕਰਮ ਕਰ। ਇਹ ਸਾਰੇ ਧਰਮਾਂ ਤੋਂ ਸ੍ਰੇਸ਼ਟ ਧਰਮ ਹੈ। ਹੁਣ ਸਾਧ ਸੰਗਤ, ਅੱਜ ਗੁਰਦੇਵ ਪਾਤਸ਼ਾਹ ਨੇ ਜੇ ਕਰਮ ਦੀ ਗੱਲ ਕੀਤੀ ਨਾ, ਤੇ ਮਹਾਰਾਜ ਆਖਦੇ ਨੇ ਕਿ ਕਰਮ ਕਰਕੇ ਜੀਵ ਆਜ਼ਾਦ ਹੈ। ਕਬੀਰ ਸਾਹਿਬ ਦੇ ਬੜੇ ਪਿਆਰੇ ਬੱਚਨ ਨੇ, ਉਹ ਆਖਦੇ ਨੇ ਕਿ ਮਨ ਜਾਣਤ ਸਭ ਬਾਤ। ਜਦੋਂ ਅਸੀਂ ਕੋਈ ਕਰਮ ਕਰਦੇ ਹਾਂ ਨਾ, ਸਾਨੂੰ ਪਤਾ ਹੁੰਦਾ ਹੈ ਕਿ ਇਹ ਕਰਮ ਚੰਗਾ ਹੈ ਜਾਂ ਇਹ ਕਰਮ ਚੰਗਾ ਨਹੀਂ ਹੈ। ਉਹ ਆਖਦੇ ਨੇ ਕਿ ਮਨ ਜਾਣਤ ਸਭ ਬਾਤ, ਜਾਣਤ ਹੀ ਓਗਨ ਕਰੈ ਕਾਹੇ ਕੀ ਕੁਸਲਾਤ। ਹਾਥ ਦੀਪ ਕੂਏ ਪਰ ਹੈ, ਹੱਥ ਦੇ ਵਿੱਚ ਗਿਆਨ ਦਾ ਦੀਵਾ ਹੈ, ਸੋਝੀ ਹੈ, ਸਾਨੂੰ ਗਿਆਨ ਹੈ। ਫਿਰ ਜੀਵ ਅੰਧਕਾਰ ਦੇ ਵਿੱਚ ਮੰਦੇ ਕਰਮਾਂ ਦੇ ਪੈਂਦਾ, ਤੇ ਇਹ ਕੋਈ ਕੁਸਲਾਤ, ਇਹ ਕੁਸਲ ਗੱਲ ਨਹੀਂ ਹੈ। ਗੁਰਦੇਵ ਪਾਤਸ਼ਾਹ ਬਾਬਾ ਫਰੀਦ ਸਾਹਿਬ ਦੀਆਂ ਪੰਕਤੀਆਂ ਮੈਂ ਆਪ ਨਾਲ ਸਾਂਝੀਆਂ ਕਰਾਂ। ਬਾਬਾ ਫਰੀਦ ਸਾਹਿਬ ਆਖਦੇ ਨੇ ਕਿ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ। ਕਿ ਇਹ ਇਨਸਾਨ, ਜੇ ਤੂੰ ਅਕਲ ਦਾ ਲਤੀਫ ਹੈ, ਬਰੀਕ ਬੁੱਧੀ ਵਾਲਾ ਹੈ, ਤੈਨੂੰ ਸੋਝੀ ਹੈ ਕਰਮਾਂ ਦੀ, ਫਿਰ ਕਾਲੇ ਲੇਖ ਨਾ ਲਿਖ, ਮੰਦੇ ਕਰਮ ਨਾ ਲਿਖ। ਇਹਦਾ ਭਾਵ ਹੈ ਕਿ ਜੇ ਮਨੁੱਖ ਮੰਦੇ ਕਰਮ ਲਿਖਦਾ ਹੈ ਨਾ, ਤੇ ਚੰਗੇ ਮੰਦਾਂ ਦਾ ਕਰਮਾਂ ਦਾ ਵੀ ਜੀਵ ਨੂੰ ਪਤਾ ਹੈ। ਕਰਮਾਂ ਕਰਕੇ ਜੀਵ ਆਜ਼ਾਦ ਹੈ। ਤੇ ਇਸੇ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਆਖਦੇ ਨੇ ਕਿ ਕਤਕ ਕਰਮ ਕਮਾਵਣੇ। ਕੱਤਕ ਦੇ ਮਹੀਨੇ ਦੇ ਵਿੱਚ ਜਿਸ ਤਰ੍ਹਾਂ ਦੀ ਤੂੰ ਕਰਮ ਕਮਾਉਂਦਾ ਹੈ, ਦੁੱਖ ਸੁੱਖ ਪੂਰਵ ਜਨਮ ਕੇ ਕੀਏ, ਮੂਰਖ ਜਾਣੈ ਦਾਤਾ ਧੀਏ। ਤੇਰੇ ਕਰਮਾਂ ਦਾ ਸਾਰ ਹੈ। ਇਹ ਹਕੀਕਤ ਹੈ ਔਰ ਇਹ ਸੱਚ ਹੈ ਕਿ ਪਰਮਾਤਮਾ ਦਾ ਹੁਕਮ ਸਭ ਦੇ ਉੱਪਰ ਇੱਕੋ ਵਰਗਾ ਵਰਤ ਰਿਹਾ ਹੈ। ਅਸੀਂ ਪੜ੍ਹਦੇ ਹਾਂ, ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ। ਤੁਹਾਨੂੰ ਸਾਰਿਆਂ ਨੂੰ ਬਾਣੀ ਯਾਦ ਹੈ, ਬੋਲ ਦਿਆ ਕਰੋ। ਮਹਾਰਾਜ ਆਖਦੇ ਨੇ ਕਿ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ। ਪਰਮਾਤਮਾ ਦਾ ਹੁਕਮ ਸਾਰਿਆਂ ਦੇ ਉੱਪਰ ਹੈ, ਪਰ ਇੱਕ ਕਰਮਾਂ ਕਰਕੇ ਮਾਲਕ ਦੇ ਹੁਕਮ ਦੇ ਵਿੱਚ ਰਹਿ ਕੇ ਸੁਖੀ ਨੇ, ਇੱਕ ਹੁਕਮ ਦੇ ਵਿੱਚ ਰਹਿ ਕੇ ਉਹਦੇ ਹੁਕਮ ਦੇ ਵਿੱਚ ਨਾ ਚਲਦਿਆਂ ਹੋਇਆਂ ਦੁਖੀ ਨੇ।
क्योंकि परमात्मा ने एक निजम बनाया हुआ, एक नेम बनाया है। ये गल याद रखना, परमात्मा की मर्जी नहीं है, परमात्मा का नेम है। जे परमात्मा की मर्जी सारिਆਂ पर चलेगी ना तो परमात्मा तानाशाह बन जाएगा। परमात्मा ने एक नेम बनाया हुआ है, एक निजम बनाया हुआ है। गुरबाणी दे एक बचन है, महाराज आखदे ने कि मेरे प्रभु ने एक नेम ये बनाया कि उहदे हुक्म दे अंदर सारी कायनात, सारी सृष्टि चलती है कि जैसे मात पिता बिन बाल ना होई। हुण निजम तो ये है, मर्यादा तो ये है कि माता पिता करके जीव आया है। हुण जिन्हां ने घाह दे नाल जां मिट्टी दे नाल जीव बना दिते ने, ये वो नेम नहीं है परमात्मा का। परमात्मा ने 4 खाणियां बनाईयां, खाणियां एक जुगत है। सतगुर पातशाह आखदे ने कि हुक्मी होवन आकार, उहदे हुक्म दे विच सारे आकार बन रहे ने, उहदे हुक्म दे अंदर सारे जीव जंत पैदा हो रहे ने, पर उहदे पिछे एक लौ काम करदा है, एक मर्यादा कर्म करदी है। जिवें मैं कह देवां कि परमात्मा दे हुक्म दे विच जां हुक्म तो बिना पत्ता नहीं हिलदा, हकीकत है। परमात्मा दे हुक्म तो बिना पत्ता नहीं हिलदा, पर पत्ता जो हिलिया है उहदे पिछे एक मर्यादा कर्म कर रही है कि हवा चली है, हवा करके पत्ता हिलिया है। सतगुर पातशाह आखदे ने कि परमात्मा का हुक्म सारियां दे उपर इक्को वर्गा वरत रहा है। सो गुरुदेव पातशाह आखदे ने कि मालिक ने सारियां नूं सोझी दिती हुई है और जीव कर्म करके आज़ाद है। मैं कई बार बेनती करदा, जो धर्म कमाण की गल आती है ना, तो जीव आखदा है कि जे परमात्मा मेहर करेगा, गुरु किरपा करेगा तो असीं सत्संग दे विच आ जावांगे, नाम जप लवांगे। पर गुरुदेव पातशाह ने सानू उद्यमी बनाया कि उदम करेंदियां जियो तू कमावंदियां सुख पुंज, ध्याएंदियां तू प्रभु मिल, नानक उतरी चिंत। जे परमात्मा दे हुक्म दे विच ही सारा कुछ होना है ना, तो साध संगत फिर सानू कोई कर्म करन दी लोड़ नहीं। मैं कह देवां सानू गुरुद्वारा भी बनाउण दी लोड़ नहीं, क्योंकि परमात्मा दा हुक्म नहीं है। पर परमात्मा दे हुक्म दे विच जीव जिहड़ा कर्म करदा है ते कर्म करके मालिक दे नेड़े हो जांदे है। इसनूं बाबा नानक आखदे ने, करमी आपो अपनी के नेड़े के दूर। अपने कर्म करके ही असी रब दे नेड़े हाँ, कर्म करके ही परमात्मा तो दूर हाँ। साध संगत, एक माँ ने जो बच्चे नूं पढ़ाउंदा हुंदा है ना, सवेरे स्कूल भेजना हुंदा है, माँ रात नूं अलार्म लगा लैंदी है भाई सवेरे बच्चे नूं इतने बजे उठाना है, इतने बजे स्कूले भेजना है। वो सारा टाइम टेबल अपने अंदर सैट कर लैंदी है। जे माँ सोचे जे बच्चे दे भागां दे पढ़ाई होएगी तो पढ़ लेगा, नहीं होएगी तो नहीं पढ़ेगा, तो वह बच्चा जीवन दे कदे कामयाब नहीं हो सकता। दुनियावी कारजां लई असी बड़े सुचेत हाँ, पर धर्म कमाण की जो गल आती है ना, असी रब दे उपर छोड़ देंदे हाँ। सतगुर पातशाह अज रहमत करते हैं, आखते हैं कि कत कर्म कमावणे दोष ना काहू जोग, अपने कीते हुए कर्मां दा दोष किसी होर दे मत्थे ना मड़, परमेश्वर ते भुलिया व्यापन सभे रोग। जदों हिरदे दे चों परमात्मा की रब्बी गुणां की याद विसर गई। अज दा हुक्मनामा भी यही है। इतिहासकार कहते ने बाबा नानक जदों दीपालपुर की धरती पर गए ना, तो नुरंगे नाम के कोढ़ी नूं उस वेले ला इलाज रोग सी, ते अपने घर तो बाहर जाके जंगलों के रख दिता गया। बाबा नानक उत्थे पहुँचे, बड़ी लंबेरी साखी है, मैं संखेप अर्ज करा। गुरु नानक सच्चे पातशाह की मेहर होए, उस नुरंगे नाम के कोढ़ी का कोढ़ कटिया। उत्थे गुरुदेव पातशाह ने धनासरी राग के अंदर ये बचन उचारण किए कि जियो तपत है बारो बार, तप तप खपै बहुत बेकार, जै तन बाणी विसर जाए, जो पक्का रोग विरलाए। जिस तन तो ਜਾਂ जिस शरीर ਦੇ ਵਿੱਚੋਂ जिस मनुख ਨੂੰ परमात्मा की याद भुल गए, वो जीव तपदा है, दुखी होता है कि परमेश्वर ते भुलिया व्यापन सभे रोग।
एक शब्द में तुहाडी नज़र करा गुरु ग्रंथ साहिब ਦੀ पावन बाणी ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪੰਕਤੀਆਂ ਯਾਦ ਹੋਣਗੀਆਂ। ਬਾਲੀ ਰੋਵੈ ਨਾਹ ਪਤਾਰ ਨਾਨਕ ਦੁਖੀਆ ਸਭ ਸੰਸਾਰ। ਇਹ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਘਰ ਜਾ ਕੇ ਇਸ ਸ਼ਬਦ ਨੂੰ ਜ਼ਰੂਰ ਪੜ੍ਹਿਓ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਇਹ ਸ਼ਬਦ ਉਚਾਰਨ ਕੀਤਾ ਔਰ ਗੁਰਦੇਵ ਪਾਤਸ਼ਾਹ ਨੇ ਇਤਿਹਾਸਿਕ ਤੱਥ ਜਿਹੜੇ ਨੇ ਇਸ ਸ਼ਬਦ ਦੇ ਅੰਦਰ ਬਿਆਨ ਕੀਤੇ ਨੇ। ਉਹਦੇ ਇੱਕ ਪੰਕਤੀ ਹੈ, ਮਹਾਰਾਜ ਆਖਦੇ ਕਿ ਅਜੇ ਸੋ ਰੋਵੈ ਭਿਖਿਆ ਖਾਏ। ਅਜੇ ਰਾਜਾ ਬੜਾ ਪ੍ਰਤਾਪੀ ਸੀ, ਪਰ ਦਾਨ ਦਾ ਹੰਕਾਰ ਕੀਤਾ, ਕਿਉਂਕਿ ਅੱਜ ਕਰਮਾਂ ਦੀ ਗੱਲ ਕੀਤੀ ਮਹਾਰਾਜ ਨੇ। ਆਪਣੇ ਕਰਮਾਂ ਦਾ ਹੰਕਾਰ ਕੀਤਾ ਤੇ ਕੀਤੇ ਹੋਏ ਕਰਮਾਂ ਕਰਕੇ ਉਹਨੂੰ ਆਪਣੀ ਭਿਖਿਆ ਖਾਣੀ ਪਈ। ਜੋ ਦਾਨ ਉਹਨੇ ਲਿਧ ਦਾ ਕੀਤਾ ਸੀ, ਘੋੜਿਆਂ ਦੀ ਲਿਧ ਦਾ, ਗੁਰਦੇਵ ਪਾਤਸ਼ਾਹ ਨੇ ਬਾਣੀ ਦੇ ਉਹ ਅੰਕਿਤ ਕੀਤਾ ਹੈ, ਅਜੇ ਸੋ ਰੋਵੈ ਭਿਖਿਆ ਖਾਏ ਐਸੀ ਦਰਗਹਿ ਮਿਲੈ ਸਜਾਏ। ਕਿਉਂਕਿ ਗੁਰਦੇਵ ਪਾਤਸ਼ਾਹ ਅੱਜ ਰਹਿਮਤ ਕਰਦੇ ਨੇ, ਕਦ ਤੱਕ ਕਰਮ ਕਮਾਵਣੇ। ਦੋਸ਼ ਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ, ਵਿਆਪਨ ਸਭੇ ਰੋਗ ਵੇਮੁਖ ਹੋਏ RAM ਤੇ। ਲਗਨ ਜਨਮ ਵਿਜੋਗ, ਜਿਹੜੇ ਗੁਰੂ ਤੋਂ ਪਰਮੇਸ਼ਰ ਤੋਂ ਵੇਮੁਖ ਹੋ ਗਏ। ਤੇ ਵੇਮੁਖ ਹੋਣਾ ਕੀ ਹੈ? ਪਰਮਾਤਮਾ ਯਾਦ ਹੀ ਨਾ ਆਏ। ਜਿਸ ਪਰਮਾਤਮਾ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਜੀਵ ਭੋਗਦਾ ਹੈ, ਰਸ ਮਾਣਦਾ ਹੈ, ਉਹਦੀ ਯਾਦ ਹਿਰਦੇ ਦੇ ਚੋਂ ਭੁੱਲ ਜਾਏ। ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਦੇ ਵਿੱਚ ਪਾਵਨ ਬਾਣੀ ਹੈ ਕੁਚੱਜੀ, ਸੁਚੱਜੀ ਔਰ ਗੁਣਵੰਤੀ। ਉਸ ਬਾਣੀ ਦੇ ਇੱਕ ਬੜੇ ਪਿਆਰੇ ਬਚਨ ਨੇ। ਮਹਾਰਾਜ ਆਖਦੇ ਨੇ, ਸੋਇਨਾ ਰੂਪਾ ਰੰਗੁਲਾ ਮੋਤੀ ਤਾਂ ਮਾਣਕ ਜੀਓ, ਸਹਿ ਵਸਤੂ ਸ਼ਹਿ ਦਿੱਤੀਆਂ, ਮੈਂ ਤਿੰਨ ਸਿਉ ਲਾਇਆ ਚਿੱਤ ਜੀਓ। ਪਰਮਾਤਮਾ ਨੇ ਬੜੀਆਂ ਅਨਾਇਤਾਂ ਕੀਤੀਆਂ, ਬੜੀਆਂ ਰਹਿਮਤਾਂ ਕੀਤੀਆਂ, ਸੋਨਾ ਦਿੱਤਾ, ਰੂਪਾ ਚਾਂਦੀ ਨੂੰ ਕਿਹਾ ਜਾਂਦਾ ਹੈ। ਸੋਇਨਾ ਰੂਪਾ ਰੰਗੁਲਾ ਮੋਤੀ ਤਾਂ ਮਾਣਕ ਜੀਓ, ਸਹਿ ਵਸਤੂ ਸ਼ਹਿ ਦਿੱਤੀਆਂ, ਮੈਂ ਤਿੰਨ ਸਿਉ ਲਾਇਆ ਚਿੱਤ ਜੀਓ। ਮੇਰਾ ਉਹਨਾਂ ਵਸਤੂਆਂ ਦੇ ਨਾਲ ਚਿੱਤ ਲਾ ਲਿਆ, ਪਰਮੇਸ਼ਰ ਹਿਰਦੇ ਦੇ ਚੋਂ ਵਿਸਰ ਗਿਆ ਤੇ ਪਰਮੇਸ਼ਰ ਤੇ ਭੁੱਲਿਆ। ਵਿਆਪਨ ਸਭੇ ਰੋਗ ਵੇਮੁਖ ਹੋਏ RAM ਤੇ। ਲਗਨ ਜਨਮ ਵਿਜੋਗ ਖਿਨ ਮੈਂ ਕੋੜੇ ਹੋਏ ਗਏ, ਜਿਤੜੇ ਮਾਇਆ ਭੋਗ। ਫਿਰ ਜਿਤਨੇ ਵੀ ਮਾਇਆ ਦੇ ਭੋਗ ਸਨ, ਸੁਖ ਸਨ, ਗੁਰਦੇਵ ਪਾਤਸ਼ਾਹ ਨੇ ਕਿ ਕੋੜੇ ਹੋ ਗਏ। ਤੇ ਕੋੜੇ ਕਿਵੇਂ ਹੋ ਗਏ? ਸਰੀਰ ਦੇ ਅੰਦਰ ਹੁਣ ਉਹਨਾਂ ਨੂੰ ਮੰਨਣ ਦੀ ਤਾਕਤ ਨਹੀਂ ਰਹੀ। ਬੜੀ ਤਰੀਕਿਆਂ ਦੇ ਨਾਲ ਦੁਨਿਆਵੀ ਸਰਮਾਇਆ ਧਨ ਪਦਾਰਥ ਇਕੱਠੇ ਕੀਤੇ, ਜਿਸ ਨੂੰ ਕਬੀਰ ਸਾਹਿਬ ਆਖਦੇ ਨੇ ਕਿ ਬਹੁ ਪਰਪੰਚ ਕਰ ਪਰ ਧਨ ਲਿਆਵੇ, ਸੁਤਦਾਰਾ ਪੈ ਆਨ ਲੁਟਾਵੇ, ਮਨ ਮੇਰੇ ਭੂਲੇ ਕਪਟ ਨਾ ਕੀਜੇ, ਅੰਤ ਨਿਬੇਰਾ ਤੇਰੇ ਜੀ ਪੈ ਲੀਜੈ। ਗੁਰਦੇਵ ਪਾਤਸ਼ਾਹ ਆਖਦੇ ਨੇ ਕਿ ਖਿਨ ਮੈਂ ਕੋੜੇ ਹੋਏ ਗਏ, ਜਿਤੜੇ ਮਾਇਆ ਭੋਗ। ਇੱਕ ਪੰਜ ਤੱਤ ਗ੍ਰੰਥ ਹੈ, ਉਸ ਦੇ ਵਿੱਚ ਇੱਕ ਗਾਥਾ ਹੈ ਕੇਵਲ ਸਮਝਾਉਣ ਲਈ। ਔਰ ਪੰਜ ਤਾਤਰ ਦੇ ਵਿੱਚ ਜਿਹੜੀਆਂ ਇਹ ਸਾਖੀਆਂ ਨੇ, ਇਹ ਹਕੀਕਤ ਸਨ ਤਾਂ ਇਹ ਅੰਕਿਤ ਕੀਤੀਆਂ ਗਈਆਂ। ਉਹਦਾ ਕਰਤਾ ਲਿਖਦਾ ਹੈ ਕਿ ਦੋ ਮਿੱਤਰ ਸਨ, ਦੋਵਾਂ ਨੇ ਧਨ ਲਗਾ ਕੇ ਕੋਈ ਕਾਰਜ ਸ਼ੁਰੂ ਕੀਤਾ। ਕਿਉਂਕਿ ਅੱਜ ਗੁਰਦੇਵ ਪਾਤਸ਼ਾਹ ਨੇ ਗੱਲ ਕਰਮਾਂ ਕੀਤੀ। ਦੋਹਾਂ ਮਿੱਤਰਾਂ ਨੇ ਧਨ ਬਰਾਬਰ ਦਾ ਲਗਾ ਕੇ ਕਾਰਜ ਸ਼ੁਰੂ ਕੀਤਾ ਤੇ ਰੱਬ ਦੀ ਮਿਹਰ ਹੋਈ, ਕੰਮ ਦੇ ਵਿੱਚ ਬਰਕਤ ਪੈ ਗਈ, ਕਾਰੋਬਾਰੀ ਤਰੱਕੀਆਂ ਹੋ ਗਈਆਂ। ਇੱਕ ਦੇ ਮਨ ਦੇ ਵਿੱਚ ਲਾਲਚ ਆ ਗਏ ਆ, ਉਹਨਾਂ ਕਾਰਜਾਂ ਦੇ ਵਿੱਚੋਂ ਹੀ ਉਹ ਬੇਈਮਾਨੀ ਕਰਨ ਲੱਗ ਪਿਆ, ਆਪਣਾ ਕਾਰਜ ਹੋਰ ਵਧਾਉਣ ਲੱਗ ਪਿਆ। ਸਮੇਂ ਦੀ ਤੋਰ ਦੇ ਨਾਲ ਇੱਕ ਮਿੱਤਰ ਬਿਮਾਰ ਹੋ ਗਿਆ। ਮੈਂ ਗੱਲ ਸੰਖੇਪ ਰੱਖ ਰਿਹਾ। ਤੇ ਜਿਸ ਮਿੱਤਰ ਨੇ ਨਾਲ ਲੱਗ ਕੇ ਕਾਰਜ ਸ਼ੁਰੂ ਕੀਤੇ ਸਨ, ਡਾਕਟਰ ਨੂੰ ਮਿਲ ਕੇ, ਨਰਸ ਨੂੰ ਕਹਿ ਕੇ ਉਸ ਨੂੰ ਟੀਕਾ ਜ਼ਹਿਰ ਦਾ ਲਗਵਾਇਆ, ਉਹਦੇ ਜੀਵਨ ਦਾ ਅੰਤ ਹੋ ਗਿਆ ਇੱਕ ਦਾ। ਹੁਣ ਇੱਕ ਅਜੇ ਵੀ ਦੁਨਿਆਵੀ ਪਦਾਰਥਾਂ ਦਾ ਸੁੱਖ ਮਾਣ ਰਿਹਾ ਹੈ। ਸਮੇਂ ਦੇ ਨਾਲ ਉਹਦੇ ਘਰ ਔਲਾਦ ਵੀ ਹੋ ਗਈ। ਹੁਣ ਕਹਿਣ ਲੱਗਾ ਉਹ ਕਿ ਲੋਕੀ ਇਵੇਂ ਕਹਿੰਦੇ ਨੇ ਕਿ ਪਾਪ ਕਰਨ ਦੇ ਨਾਲ ਮਾੜਾ ਹੁੰਦਾ। ਮੈਨੂੰ ਤੇ ਰੱਬ ਨੇ ਭਾਗ ਲਾਏ ਹੋਏ ਨੇ, ਔਰ ਗੁਰਬਾਣੀ ਦਾ ਇਹ ਫੈਸਲਾ ਹੈ, ਪਾਪ ਬੁਰਾ ਪਾਪੀ ਕੋ ਪਿਆਰਾ।
ਇਹ ਪੰਜ ਤੱਤਰ ਦੇ ਵਿੱਚ ਗ੍ਰੰਥ ਦੇ ਵਿੱਚ ਬਕਾਇਦਾ ਲਿਖਿਆ ਹੋਇਆ ਹੈ, ਕਹਿੰਦੇ ਕਿ ਪਾਪ ਬੁਰਾ ਪਾਪੀ ਕੋ ਪਿਆਰਾ। ਪਾਪ ਬੁਰਾ ਹੈ ਪਰ ਪਾਪੀ ਨੂੰ ਚੰਗਾ ਲੱਗਣ ਲੱਗ ਜਾਂਦਾ ਹੈ, ਉਹਦਾ ਰਸ ਮਾਣਨ ਲੱਗ ਜਾਂਦਾ ਹੈ। ਬੱਚਾ ਜਵਾਨ ਹੋਇਆ, ਉਹਦਾ ਵਿਆਹ ਵੀ ਕਰ ਦਿੱਤਾ ਗਿਆ, ਕੁਝ ਸਮੇਂ ਬਾਅਦ ਉਹ ਬੱਚਾ ਬਿਮਾਰ ਹੋ ਗਿਆ। ਹੁਣ ਜਿਤਨਾ ਵੀ ਧਨ ਪਦਾਰਥ ਇਕੱਠਾ ਕੀਤਾ ਸੀ ਨਾ, ਕਾਰੋਬਾਰ ਦਿਨੋਂ ਦਿਨ ਕਰਦਿਆਂ ਕਰਦਿਆਂ ਸਾਰਾ ਉਸ ਬੱਚੇ ਦੇ ਉੱਪਰ ਲੱਗ ਗਿਆ। ਇੱਕ ਦਿਨ ਐਸਾ ਆਇਆ ਕਿ ਬੱਚਾ ਸੰਸਾਰ ਤੋਂ ਚੜ੍ਹਾਈ ਕਰ ਗਿਆ, ਜਿੱਥੇ ਪਹਿਲੇ ਖੜਾ ਸੀ ਉੱਥੇ ਹੀ ਖੜਾ ਹੋ ਗਿਆ। ਜਿਹੜੀ ਘਰ ਦੇ ਵਿੱਚ ਨੂੰ ਵਿਆਹ ਕੇ ਲਿਆਇਆ ਸੀ, ਉਹ ਵੀ ਪੈਸੇ ਲੈ ਕੇ ਘਰ ਤੋਂ ਚਲੀ ਗਈ। ਫਿਰ ਮਹਾਂਪੁਰਸ਼ਾਂ ਦੀ ਚਰਨ ਪਿਆ, ਆਖਣ ਲੱਗਾ ਮੇਰਾ ਮੰਦ ਕਰਮ ਕੀ ਹੈ, ਐਸਾ ਕੀ ਕਰਮ ਕੀਤਾ ਹੈ ਮੈਂ। ਉਹਨਾਂ ਨੇ ਦੱਸਿਆ ਜੋ ਤੂੰ ਕਰਮ ਕਮਾਇਆ ਹੈ ਨਾ, ਤੇਰਾ ਕੀਤਾ ਹੋਇਆ ਹੀ ਤੇਰੇ ਅੱਗੇ ਆਇਆ ਹੈ। ਇਹ ਕਰਮ ਰੂਪੀ ਧਰਤੀ ਉੱਪਰ ਜੀਵ ਜਿਸ ਤਰ੍ਹਾਂ ਦਾ ਕਰਮ ਕਰਦਾ ਹੈ ਉਹ ਭੋਗਣਾ ਪੈਂਦਾ ਹੈ। ਜਿਹੜੇ ਘਰ ਤੇ ਤੇਰਾ ਔਲਾਦ ਪੈਦਾ ਹੋਈ ਹੈ ਨਾ, ਉਹ ਤੇਰਾ ਆਪਣਾ ਮਿੱਤਰ ਸੀ, ਪਰਮਾਤਮਾ ਨੇ ਤੇਰੇ ਘਰ ਹੀ ਪੈਦਾ ਕੀਤਾ। ਤੇ ਜਿਸ ਨਰਸ ਕੋਲੋਂ ਤੋਂ ਟੀਕਾ ਲਗਵਾਇਆ ਸੀ, ਉਹ ਤੇਰੀ ਨੂੰਹ ਬਣ ਕੇ ਤੇਰੇ ਘਰ ਦੇ ਵਿੱਚ ਆਈ ਹੈ। ਹੁਣ ਸੋਝੀ ਆਈ, ਪਰ ਗੁਰਦੇਵ ਪਾਤਸ਼ਾਹ ਮਹਾਰਾਜ ਆਖਦੇ ਨੇ ਕਿ ਹੁਣ ਕੀਤਾ ਹੋਇਆ ਕੁਝ ਨਹੀਂ ਹੋ ਸਕਦਾ। ਗੁਰਦੇਵ ਪਾਤਸ਼ਾਹ ਆਖਦੇ ਨੇ ਕਿ ਵੇਮੁਖ ਹੋਏ ਰਾਮ ਤੇ ਲੱਗਨ, ਜਨਮ ਜੋਖਿਨ ਮੈਂ ਕੋੜੇ ਹੋਏਗੇ ਜਿਤੜੇ, ਮਾਇਆ ਭੋਗ ਵਿੱਚ ਨਾ ਕੋਈ ਕਰ ਸਕੈ। ਹੁਣ ਕੋਈ ਵਿਚੋਲਾ ਨਹੀਂ ਬਣ ਸਕਦਾ। ਕਿਸ ਥੈ ਰੋਵੇ ਰੋਜ਼, ਕਿੱਥੇ ਜਾ ਜਾ ਕੇ ਜੀਵ ਹੁਣ ਤਰਲੇ ਕਰੇ। ਸਾਧ ਸੰਗਤ, ਇੱਥੇ ਤੱਕ ਗੱਲ ਸੀ ਕਰਮਾਂ ਦੀ, ਪਰ ਕਰਮਾਂ ਤੋਂ ਉੱਪਰ ਮਾਲਕ ਦੀ ਬਖਸ਼ਿਸ਼ ਹੈ। ਅਨਮਤਾਂ ਦੇ ਕਰਮ ਪ੍ਰਧਾਨ ਨੇ, ਪਰ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਘਰ ਕਰਮਾਂ ਤੋਂ ਉੱਪਰ ਮਾਲਕ ਦੀ ਬਖਸ਼ਿਸ਼ ਹੈ, ਰਹਿਮਤ ਹੈ, ਕਿਰਪਾ ਹੈ। ਜਦੋਂ ਜੀ ਮਾਲਕ ਦੇ ਚਰਨਾਂ ਦੇ ਵਿੱਚ ਆ ਕੇ, ਗੁਰੂ ਦੇ ਚਰਨਾਂ ਦੇ ਆ ਕੇ ਐਡਮਿਟ ਕਰ ਲੇ ਕਿ ਮੈਂ ਭੁੱਲਾਂ ਕੀਤੀਆਂ ਨੇ, ਮੈਂ ਮੰਦ ਕਰਮ ਕੀਤੇ ਨੇ, ਜਦੋਂ ਅਰਦਾਸ ਕਰਦਾ ਹੈ ਕਿ ਮੇਲ ਲਿਹੋ ਦਿਆਲ, ਢਹਿ ਪੇ ਦੁਆਰਿਆ, ਰੱਖ ਲਿਹੋ ਦੀਨ ਦਿਆਲ, ਪ੍ਰਮਤ ਬੁਹਾਰਿਆ। ਜਦੋਂ ਅਰਦਾਸ ਕਰੇ ਹਮ ਅਵਗੁਣ ਭਰੇ, ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖਾਈ। ਇੱਕ ਹੀ ਅਰਦਾਸ ਭਾਟ ਕੀ ਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਨਾਈ। ਪਰ ਅਰਦਾਸ ਕਰਨੀ ਮਾਲਕ ਦੇ ਚਰਨਾਂ ਦੀ ਜਾਂ ਗੁਰੂ ਦੇ ਚਰਨਾਂ ਦੇ, ਕਿਉਂਕਿ ਦੁਨਿਆਵੀ ਮਨੁੱਖ ਦੇ ਅੱਗੇ ਮਨੁੱਖ ਆਪਣੇ ਦੁੱਖ ਦੱਸਦਾ ਹੈ ਨਾ, ਉਹ ਚਾਰ ਬੰਦਿਆਂ ਦੇ ਜਾ ਕੇ ਉਹਦੇ ਦੁੱਖ ਨੂੰ ਉਜਾਗਰ ਕਰਕੇ ਹੱਸਦੇ ਨੇ। ਗੁਰਦੇਵ ਪਾਤਸ਼ਾਹ ਆਖਦੇ ਨੇ ਕਿ ਜੇ ਕੋਈ ਓੜਕ ਆਈ ਹੈ ਨਾ, ਤੇ ਗੁਰੂ ਦੇ ਚਰਨਾਂ ਦੇ ਆ ਕੇ ਆਪਣੇ ਮੰਦ ਕਰਮਾਂ ਨੂੰ, ਆਪਣੇ ਮਲੀਨ ਕਰਮਾਂ ਨੂੰ ਆ ਕੇ ਗੁਰੂ ਦੇ ਚਰਨਾਂ ਦੇ ਆ ਕੇ ਤੂੰ ਐਡਮਿਟ ਕਰ। ਸਤਿਗੁਰ ਪਾਤਸ਼ਾਹ ਫਿਰ ਆਖਦੇ ਨੇ ਕਿ ਵਡਭਾਗੀ ਮੇਰਾ ਪ੍ਰਭ ਮਿਲੇ। ਵੱਡੇ ਭਾਗਾਂ ਦੇ ਨਾਲ ਪ੍ਰਭੂ ਦੀ ਸ਼ਰਨ 'ਚ ਆ ਜਾਏ ਤਾਂ ਉਤਰੈ ਸਭ ਵਿਯੋਗ, ਨਾਨਕ ਕੋ ਪ੍ਰਭ ਰਾਖ ਲੈ ਮੇਰੇ ਸਾਹਿਬ ਬੰਦੀ ਮੋਚ। ਗੁਰਦੇਵ ਪਾਤਸ਼ਾਹ ਆਖਦੇ ਨੇ ਕਿ ਦਾਸ ਨਾਨਕ ਨੂੰ ਰੱਖ ਲੈ, ਮੇਰੇ ਮਾਲਕ ਬੰਧਨਾਂ ਨੂੰ ਕੱਟਣ ਵਾਲੇ। ਦੋ ਤਰ੍ਹਾਂ ਦੇ ਬੰਧਨ ਨੇ, ਇੱਕ ਬੰਧਨ ਨੇ ਬਾਹਰ ਦੇ ਬੰਧਨ, ਇੱਕ ਬੰਧਨ ਸਾਡੇ ਅੰਦਰ ਬੰਧਨ ਪਏ ਹੋਏ ਨੇ, ਵਿਕਾਰਾਂ ਦੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਬੰਧਨ। ਸਾਧ ਸੰਗਤ, ਗੁਰੂ ਬਾਹਰ ਦੇ ਬੰਧਨਾਂ ਨੂੰ ਵੀ ਕੱਟਣ ਵਾਲਾ ਹੈ, ਗੁਰੂ ਅੰਦਰ ਦੇ ਬੰਧਨਾਂ ਨੂੰ ਵੀ ਕੱਟਣ ਵਾਲਾ ਹੈ। ਰੱਬੀ ਬਾਣੀ ਦਾ ਬੜਾ ਪਿਆਰਾ ਬਚਨ ਹੈ, ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਹੰਕਾਰਾ, ਅੰਮ੍ਰਿਤ ਲੂਟੈ ਮਨ ਮੁਖ ਨਹੀਂ ਬੂਝੈ, ਕੋਈ ਨਾ ਸੁਣੈ ਪੁਕਾਰਾ। ਗੁਰ ਦਿਖਲਾਈ ਮੋਰੀ ਜਿਤ ਮਿਰਗ ਪੜਤ ਹੈ ਚੋਰੀ, ਮੂੰਦ ਲਿਏ ਦਰਵਾਜੇ ਬਾਜੀ ਅਲੇ ਅਨਹਦ ਬਾਜੇ। ਗੁਰੂ ਨੇ ਉਹ ਦਰਵਾਜ਼ਾ ਦੱਸ ਦਿੱਤਾ, ਉਹ ਭਾਵੇਂ ਸਾਡੇ ਅੱਖਾਂ ਦਾ ਸੀ, ਭਾਵੇਂ ਸਾਡੇ ਕੰਨਾਂ ਦਾ ਦਰਵਾਜ਼ਾ ਹੈ, ਭਾਵੇਂ ਉਹ ਜ਼ਬਾਨ ਦਾ ਦਰਵਾਜ਼ਾ ਹੈ। ਗੁਰ ਦਿਖਲਾਈ ਮੋਰੀ ਜਿਤ ਮਿਰਗ ਪੜਤ ਹੈ ਚੋਰੀ। ਵਿਕਾਰਾਂ ਰੂਪੀ ਪਸ਼ੂ ਆ ਕੇ ਅੰਦਰ ਆਤਮਿਕ ਗੁਣਾਂ ਦੀ ਪੂੰਜੀ ਨੂੰ ਲੁੱਟਦੇ ਸਨ। ਹੁਣ ਮੂੰਦ ਲਈਏ ਦਰਵਾਜ਼ੇ, ਇਹਨਾਂ ਦਰਵਾਜ਼ਿਆਂ ਨੂੰ ਮੈਂ ਮੂੰਦ ਲਿਆ, ਬੰਦ ਕਰ ਲਿਆ। ਹੁਣ ਅੱਖਾਂ ਦੇ ਨਾਲ ਸਾਰਿਆਂ ਦੇ ਪਰਮਾਤਮਾ ਵੇਖਦਾ ਹਾਂ, ਕੰਨਾਂ ਦੇ ਨਾਲ ਮਾਲਕ ਦੀ ਬਾਣੀ ਸੁਣਦਾ ਹਾਂ। ਹੁਣ ਜੀਵਨ ਅੰਦਰ ਆਨੰਦ ਪਿਆ ਹੋਇਆ। ਇੱਕ ਬਾਹਰ ਦੇ ਵੀ ਬੰਧਨ ਨੇ, ਕਬੀਰ ਸਾਹਿਬ ਨੇ ਉਹਨਾਂ ਦਾ ਜ਼ਿਕਰ ਕੀਤਾ। ਆਖਣ ਲੱਗੇ ਬੰਦਰ ਜਿਹੜਾ ਹੈ ਨਾ, ਉਹਨੂੰ ਪਕੜਨ ਲਈ ਮਦਾਰੀ ਕੀ ਕਰਦਾ ਹੈ, ਇੱਕ ਜ਼ਮੀਨ ਦੇ ਖੱਡਾ ਖੋਦਦਾ ਹੈ ਜੰਗਲ ਦੇ ਵਿੱਚ,
ਘੜਾ ਦੱਬ ਦੇਣਾ ਉਸਨੇ, ਤੇ ਘੜੇ ਦੇ ਵਿੱਚ ਛੋਲੇ ਦੇ ਦਾਣੇ ਉਹਨੇ ਪਾ ਦੇਣੇ। ਹੁਣ ਬਾਂਦਰ ਆਇਆ, ਉਹਨੇ ਆ ਕੇ ਮੁੱਠੀ ਅਨਾਜ ਦੀ ਪਕੜਨੀ, ਤੇ ਜਦੋਂ ਬਾਹਰ ਕੱਢਣਾ ਨਾ, ਮੁੱਠੀ ਬੰਦ ਹੋਣ ਕਰਕੇ ਉਹ ਪਕੜਿਆ ਜਾਂਦਾ ਹੈ। ਕਬੀਰ ਸਾਹਿਬ ਨੇ ਬਾਣੀ ਦੇ ਇਹ ਪੰਕਤੀਆਂ ਅੰਕਿਤ ਕੀਤੀਆਂ ਨੇ। ਉਹ ਆਖਦੇ ਨੇ ਕਿ ਮਰਕਟ ਮੁਸ਼ਟੀ ਅਨਾਜ ਕੀ ਮਨ ਬੋਰਾ ਰੇ। ਕਹਿੰਦੇ ਕਿ ਇੱਕ ਮੁੱਠੀ ਅਨਾਜ ਦੀ, ਚਨਿਆਂ ਦੀ ਜਾਂ ਛੋਲਿਆਂ ਦੀ, ਉਹ ਬੰਦਰ ਜਿਹੜਾ ਆਜ਼ਾਦ ਸੀ ਨਾ, ਉਹ ਲੋਕਾਂ ਦੇ ਦਰਵਾਜ਼ਿਆਂ ਦੇ ਉੱਪਰ ਜਾ ਕੇ ਨੱਚਦਾ ਹੈ, ਕਿਉਂਕਿ ਬੰਧਨ ਪੈ ਗਏ ਲਾਲਚ ਦੇ। ਦੂਸਰੀ ਗੱਲ ਕਰਦੇ ਨੇ ਕਬੀਰ ਸਾਹਿਬ ਨੇ, ਉਹਨਾਂ ਨੇ ਹਾਥੀ ਦੀ ਐਗਜ਼ਾਮਪਲ ਦਿੱਤੀ। ਉਹ ਆਖਦੇ ਨੇ ਕਿ ਹਾਥੀ ਨੂੰ ਪਕੜਨ ਲਈ ਮਹਾਵਤ ਕੀ ਕਰਦਾ ਹੈ ਕਿ ਧਰਤੀ ਦੇ ਖੱਡਾ ਖੋਦਣਾ, ਉੱਪਰ ਲੱਕੜੀਆਂ ਪਾ ਦੇਣੀਆਂ, ਕਾਗਜ਼ ਦੀ ਹੱਥਣ ਤਿਆਰ ਕਰਨੀ, ਕਾਮ ਵਾਸ਼ਨਾ ਦੇ ਹਾਥੀ ਦੌੜਦਾ ਆਉਂਦਾ ਹੈ, ਖੱਡੇ ਦੀ ਡਿੱਗ ਪੈਂਦਾ ਹੈ। ਕੁਝ ਦਿਨਾਂ ਦੀ ਭੁੱਖਾਂ ਦੀ ਤਸੀਆਂ ਕਰਕੇ ਹਾਥੀ ਜੋ ਇਤਨਾ ਸ਼ਕਤੀਸ਼ਾਲੀ ਜਾਨਵਰ ਹੈ, ਸਾਰਾ ਜੀਵਨ ਮਹਾਵਤ ਦੀ ਗੁਲਾਮੀ ਵਿੱਚ ਬਤੀਤ ਕਰਦਾ ਹੈ ਜੀਵਨ। ਗੁਰਦੇਵ ਪਾਤਸ਼ਾਹ ਆਖਦੇ ਨੇ ਕਿ ਗੁਰੂ ਐਸਾ ਸਮਰੱਥ ਹੈ ਕਿ ਉਹ ਬਾਹਰ ਦੇ ਵੀ ਔਰ ਅੰਦਰ ਦੇ ਵੀ ਬੰਧਨਾਂ ਨੂੰ ਕੱਟਣ ਵਾਲਾ ਹੈ, ਜਿਸ ਨੂੰ ਗੁਰਦੇਵ ਪਾਤਸ਼ਾਹ ਆਖਦੇ ਨੇ ਕਿ ਮੇਰੇ ਮਾਲਕ ਨੇ ਰਹਿਮਤ ਕੀਤੀ ਕਿ ਮੇਰੇ ਸਾਈ ਬੰਦੀ ਮੋਚ ਕਤਕ ਹੋਵੇ ਸਾਧ ਸੰਗ। ਹੁਣ ਗੁਰਦੇਵ ਪਾਤਸ਼ਾਹ ਅਖੀਰੀਆਂ ਪੰਕਤੀਆਂ ਅੰਦਰ ਆਖਦੇ ਨੇ ਕਿ ਕਤਕ ਦੇ ਮਹੀਨੇ ਦੀ ਜੇ ਸਾਧ ਸੰਗਤ ਹੋਏ, ਬਿਨ ਸੈ ਸਭੇ ਸੋਚ ਸਾਰੇ ਸੋਚ ਚਿੰਤਾ ਝੋਰੇ ਮਿਟ ਜਾਂਦੇ ਨੇ। ਗੁਰੂ ਅਰਜਨ ਦੇਵ ਪਾਤਸ਼ਾਹ ਦਾ ਬੜਾ ਪਿਆਰਾ ਬਚਨ ਹੈ ਧਨਾਸਰੀ ਰਾਗ ਦੇ ਅੰਦਰ। ਮਹਾਰਾਜ ਆਖਦੇ ਨੇ ਕਿ ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ, ਪੰਚ ਜਨਾ ਸੋ ਸੰਗ ਨਾ ਛੁਟਕਿਓ, ਅਧਿਕ ਅਹੰਗ ਬੁਧਬਾਦੇ ਪਿਆਰੇ, ਇਨ ਬਿਦ ਮਿਲਨ ਨਾ ਜਾਈ ਮੈਂ ਕੀਏ ਕਰਮ ਅਨੇਕਾ। ਬੜੇ ਕਰਮ ਕਰਕੇ ਦੇਖ ਲਏ, ਪਾਠ ਪੜੇ, ਵੇਦ ਵਿਚਾਰੇ, ਨਿਉਲੀ ਕਰਮ ਕੀਤੇ, ਇੱਥੋਂ ਤੱਕ ਕਿ ਮੌਨ ਭਇਓ ਕਰਪਾਤੀ ਰਹਿਓ, ਨਗਨ ਫਿਰਿਓ ਬਨਮਾਹੀ, ਟੱਟ ਤੀਰ ਸਭ ਧਰਤੀ ਭ੍ਰਮਿਓ, ਦੁਬਦਾ ਛੁਟਕੈ ਨਾਹੀ। ਇਹ ਅਸ਼ਟਪਦੀ ਹੈ, ਬੜਾ ਲੰਮੇਰਾ ਸ਼ਬਦ ਹੈ। ਅਖੀਰੀਆਂ ਪੰਕਤੀਆਂ ਨੇ ਇਸ ਦੀਆਂ ਕਿ ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ, ਕਿ ਸਤਸੰਗਤ ਜਿਹੜੀ ਹੈ ਸਭ ਤੋਂ ਸ੍ਰੇਸ਼ਟ ਕਰਮ ਹੈ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ, ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੂਰਬ ਲਿਖੇ ਕਾ ਲਹਿਣਾ। ਜਿਹਨੇ ਪੂਰਬਲੇ ਕਰਮ ਕੀਤੇ ਨੇ, ਤੇ ਪੂਰਬਲੇ ਕਰਮ ਕਰਕੇ ਹੀ ਜੀ ਪਰਮਾਤਮਾ ਦੇ ਵਾਹਿਗੁਰੂ ਦੇ ਨੇੜੇ ਔਰ ਦੂਰ ਹੁੰਦਾ ਹੈ। ਇਸ ਲਈ ਗੁਰਦੇਵ ਪਾਤਸ਼ਾਹ ਆਖਦੇ ਨੇ, ਅਰਦਾਸ ਕਰਿਆ ਕਰਕੇ ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਉ ਇਹੋ, ਨਾਨਕ ਚਾਉ ਇਹੋ। ਬੋਲਦਿਆਂ ਬੇਅੰਤ ਭੁੱਲਾਂ ਗੁਰੂ ਸਮਰੱਥ ਹੈ, ਸੰਗਤ ਬਖਸ਼ਣ ਯੋਗ ਹੈ, ਬਖਸ਼ ਦੇਣਾ ਜੀ। ਸਾਰੇ ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।